ਬਿਸਮਿਲ੍ਲਾਹਿਰਰਹਿਮਾनिर्रहीम अस्सलाम वालेकुम नाइम ब्रदर्स टीवी मुबारक जी ਤੁਹਾਡੀ ਖਿਦਮਤ 'ਚ ਹਾਜ਼ਰ ਨਾਜ਼ਰੀਨ। ਅੱਜ ਸਾਡੇ ਨਾਲ ਆਸਟ੍ਰੇਲੀਆ ਤੋਂ ਮੁਹੰਮਦ ਰਿਆਜ਼ ਕਮਰ ਸਾਹਿਬ ਨੇ ਔਰ ਇਹਨਾਂ ਨਾਲ ਗੱਪਸ਼ਪ ਵੀ ਲਵਾਂਗੇ ਔਰ ਪੁੱਛਾਂਗੇ ਇਹਨਾਂ ਦਾ ਹਾਲ ਚਾਲ ਵੀ। ਜੀ ਅਸਲਾਮ ਵਾਲੇकुम। वालेकुम सलाम। ਹਾਂਜੀ, ਕੀ ਹਾਲ ਜਨਾਬ ਤੁਹਾਡਾ? शुक्र है जनाब। ਮੈਂ ਕਿਹਾ ਤੁਹਾਡਾ ਹੁਣੀ ਫੋਨ ਆਇਆ ਸੀ, ਤੁਸੀਂ ਕਿਹਾ ਕਿ हाँ, ਪ੍ਰੋਗਰਾਮ ਸਾਡੇ ਦੇਖ मैं ਰਹੇ ਜੀ। पहले भी एकदम कीता सी। ਅੱਛਾ, ਇੱਕਦਮ ਪਹਿਲੇ ਵੀ ਕੀਤਾ ਸੀ। ਤੇ ਕੀ ਕਰ ਰਹੇ ਆਸਟ੍ਰੇਲੀਆ 'ਚ, ਤੁਸੀਂ ਕੀ ਕਰਦੇ ਜੀ? मैं आस्ट्रेलिया च फारग ही हाँ। ਅੱਛਾ, मेरे इत्थे दो बेटे इत्थे है, एक बेटी भी इत्थे है। ਮਾਸ਼ਾਅੱਲਾ। ਤੇ ਪਾਕਿਸਤਾਨ ਕਿਉਂ ਛੱਡ ਦਿੱਤਾ ਸੀ? ਕੀ ਖੈਰ ਸੀ? पाकिस्तान च मैं मेरे ते सन 88 विच अपना परचा होया सी। ਵੈਸੇ ਪਾਕਿਸਤਾਨ ਤੁਸੀਂ ਹੈ ਕਿੱਥੇ ਦੇ ਜੇ? ते पाकिस्तान मैं तो दसदा हरूनाबाद है, जिला बहावल नगर विच शहर है, ਠੀਕ ਠੀਕ। ਅੱਛਾ ਤੇ जिला पंजाब विच, ਜੀ पंजाब दा। ਜੀ ਜੀ ਤੇ ਕੀ ਪਰਚਾ ਕਾਹਦਾ ਕਰ ਦਿੱਤਾ ਤੁਹਾਡੇ ਤੇ? ਪਰਚਾ ਮੈਂ ਤੇ ਹਰੂਨਾਬਾਦ ਸ਼ਹਿਰ ਦੇ ਵਿੱਚ ਰਹਿੰਦਾ ਸਾਂ ਤੇ ਮੈਂ ਉੱਥੇ ਹਰੂਨਾਬਾਦ ਸ਼ਹਿਰ ਦਾ ਸਦਰ ਸੀ ਜਮਾਤ ਦਾ। ਅੱਛਾ ਇੱਕ ਮੇਰਾ ਅਬਾਈ ਗਾਉਂ ਹੈ ਸੀ, ਉੱਥੋਂ 5-6 ਮੀਲ ਦੂਰ 93 ਸਿੱਖਸਰ, ਜੀ ਜੀ ਉੱਥੇ ਦੇ ਆਪਣਾ ਬੰਦਿਆਂ ਨੇ ਐਵੇਂ ਮੁਖਾਲਫ ਦੀ ਵਜ੍ਹਾ ਤੋਂ ਪਰਚਾ ਕਰਾਤਾ ਸੀ ਕਿ ਇਹਨਾਂ ਇੱਥੇ ਅਜ਼ਾਨ ਦਿੰਦੇ ਨੇ ਤੇ ਮਸਜਿਦ ਉੱਤੇ ਆਪਣਾ ਕੁਰਾਨ ਪਾਕ ਦੀ ਆਇਤ ਲਿਖੀਆਂ ਹੋਈਆਂ ਨੇ, ਮੇਰੇ ਮਕਾਨ ਉੱਤੇ ਕਲਮਾ ਲਿਖਿਆ ਹੋਇਆ ਹੈ। ਅੱਛਾ ਉਹ ਇਸ ਕਿਸਮ ਦਾ ਉਹਨਾਂ ਨੇ ਨਾ ਪਰਚਾ ਕਰਾਤਾ। ਹਾਲਾਂਕਿ ਮੈਂ ਤੇ ਨਾ ਕਦੀ ਅਜ਼ਾਨ ਉੱਥੇ ਦਿੱਤੀ ਸੀ ਜੀ ਜੀ ਤੇ ਨਾ ਸਾਡੇ ਇਬਾਦਤਗਾਹ ਉੱਤੇ ਕੋਈ ਚੀਜ਼ ਲਿਖੀ ਨਹੀਂ ਸੀ ਹੋਈ। ਇਹ ਇਬਾਦਤਗਾਹ ਜ਼ੇਰ ਤਮੀਰ ਸੀ। ਜੀ ਜੀ ਅਲਬੱਤਾ ਮੇਰਾ ਬਾਈ ਗਾਉਂ ਮਕਾਨ ਜਿਹੜਾ ਸੀ ਮੇਰੇ ਸ਼ਹਿਰ ਦੇ ਹਰੂਨਾਬਾਦ ਹੈ ਸੀ, ਜੀ ਜੀ ਬਾਈ ਗਾਉਂ ਦੇ ਉੱਤੇ ਕਲਮਾ ਤੈਯਬਾ ਲਿਖਿਆ ਹੋਇਆ ਸੀ। ਜੀ ਜੀ ਉਹਦੇ 'ਚ ਮੈਂ ਗ੍ਰਿਫਤਾਰ ਹੋਇਆ, ਕੁਝ 7 ਦਿਨ ਜੇਲ੍ਹ 'ਚ ਰਿਹਾ। ਅੱਛਾ एसी ने मुजस्सिर ने जमानत खारिज कर दी, फिर सैया ने मेरी जमानत ली। ਜੀ फिर कोई अपना उस तो बाद पुलिस ने एसी साहब ने बजरिया पुलिस की इमदाद दे नाल कलमा तैयबा जिहड़ा सी वो मकान तो आण के मिटाता। ਜੀ वो बड़ा अच्छा लिखिया सी, खोद के ਉਹਦੇ 'ਚ ਅੱਛਾ ਮਿੰਟ ਵਿੱਚ ਉਹਨਾਂ ਸੀਮਟ ਲਾ ਲੂ ਕੇ ਤੇ ਉਹਨੂੰ ਮਿਟਾਤਾ। ਤੇ ਫਿਰ ਮੈਂ 2 ਸਾਲ ਮੇਰੇ ਤੇ ਕੇਸ ਕੋਈ ਚੱਲਦਾ ਰਿਹਾ, ਅੱਛਾ ਸ਼ਹਾਦਤ ਹੁੰਦੀ ਗਈਆਂ, ਫਿਰ ਉਹ ਮੈਂ ਬਰੀ ਹੋ ਗਿਆ ਸੀ। ਅੱਛਾ ਉਸ ਤੋਂ ਬਾਅਦ ਸਨ 93 ਵਿੱਚ ਮੇਰੇ ਤੇ ਮੈਂ ਆਪਣੇ ਮਕਾਨ ਤੇ ਹਰੂਨਾਬਾਦ ਸ਼ਹਿਰੀ ਸਾਂ, ਬਲਕਿ ਚੁਬਾਰੇ ਦੇ ਉੱਪਰ ਸੁੱਤਾ ਹੋਇਆ ਸਾਂ ਦੂਸਰੀ ਮੰਜ਼ਲ ਤੇ। ਜੀ ਜੀ ਤੇ ਉੱਥੇ ਕੁਛ ਆਦਮੀ ਦੂਸਰੇ ਮਕਾਨ ਚੋਂ ਉਹਦੇ ਉੱਪਰ ਦਾਖਲ ਹੋਏ, ਫਿਰ ਉੱਪਰੋਂ ਦੀ ਆ ਕੇ ਉਹਨਾਂ ਮੇਰੇ ਤੇ ਕਾਤਲਾਨਾ ਹਮਲਾ ਕੀਤਾ, ਅੱਛਾ ਜਿਹਦੇ ਤੇ ਮੇਰੇ ਹੱਥ ਦੀਆਂ ਉਂਗਲਾਂ ਟੁੱਟੀਆਂ, ਓਹੋ ਕੁਛ ਸਿਰ ਉੱਤੇ ਬੜੇ ਜ਼ਖਮ ਆਏ, ਲੇਕਿਨ ਜਾਨ ਤੋਂ ਬਚ ਗਿਆ। ਸ਼ੁਕਰ। ਕੋਈ ਹਸਪਤਾਲ 'ਚ ਰਿਹਾ ਕੋਈ ਮਹੀਨਾ 1.5 ਮਹੀਨਾ। ਜੀ ਜੀ ਤੇ ਅੱਛਾ ਇਹ ਦੱਸੋ ਕਿ ਹਾਂਜੀ ਜਦੋਂ ਕਲਮਾ ਮਿਟਾਉਣ ਆਏ ਤੇ ਪੁਲਿਸ ਵੀ ਨਾਲ ਆਈ? ਕੌਣ ਕੌਣ ਆਇਆ ਉੱਥੇ ਕਲਮਾ ਮਿਟਾਉਣ? ਹਾਂਜੀ, ਏਸੀ ਸਾਹਿਬ, ਅਸਿਸਟੈਂਟ ਕਮਿਸ਼ਨਰ, ਜੀ ਜੀ ਪੁਲਿਸ ਨੂੰ ਨਾਲ ਲੈ ਕੇ, ਪੁਲਿਸ ਦੀ ਇਮਦਾਦ ਨਾਲ। ਨਹੀਂ ਤੇ ਕਲਮਾ ਉਹਨੇ ਤੇ ਚੌਕੀਦਾਰ ਨੂੰ ਜੀ ਜੀ ਬੁਲਾ ਕੇ ਤੇ ਉਹ ਸੀਮਟ ਲਾ ਕੇ ਤੇ ਉਹ ਕਲਮਾ ਜਿਹੜਾ ਉਹ ਉੱਤੇ ਲਿਖਿਆ ਹੋਇਆ ਸੀ, ਉਹਦੇ ਵਿੱਚ ਨਾ ਦੀਵਾਰ ਦੇ ਵਿੱਚ ਖੋਦਿਆ ਹੋਇਆ ਸੀ ਸੀਮਟ ਵਿੱਚ, ਜੀ ਬੜਾ ਅੱਛਾ ਜਿਹਾ। ਜੀ ਜੀ ਤੇ ਉਹਨਾਂ ਉਹਦੇ 'ਚ ਸੀਮਟ ਲਾ ਕੇ ਤੇ ਉਹਨੂੰ ਇਹ ਬੰਦ ਕਰਤਾ। ਮੇਰੇ ਮਕਾਨ ਦਾ ਅਜੇ ਵੀ ਇਸ ਵਕਤ ਵੀ ਉਹ ਜਿਹੜਾ ਨਾ ਉਹ ਨਿਸ਼ਾਨ ਉਹਦਾ ਹੈਗਾ ਕਿ ਇੱਥੇ ਕਲਮਾ ਲਿਖਿਆ ਹੋਇਆ ਸੀ, ਜੀ ਜੀ ਲੇਕਿਨ ਬਾਕੀ ਤੇ ਹੋਰ ਤਬਦੀਲੀਆਂ ਹੋਈਆਂ, ਲੇਕਿਨ ਉਹ ਅਸਾਂ ਉਹਨੂੰ ਨਹੀਂ ਕੁਛ ਕੀਤਾ। ਲੇਕਿਨ ਕਲਮਾ ਤੇ ਮਿਟਾਉਣਾ ਵੈਸੇ ਹੀ ਮੇਰਾ ਖਿਆਲ ਹੈ ਕਿ ਪਰ ਮਿਟਾਇਆ ਉਹਨਾਂ ਜੀ, ਉਹਨਾਂ ਕਿਹਾ ਵੀ ਅਸੀਂ ਮਤਲਬ ਅਸਿਸਟੈਂਟ ਕਮਿਸ਼ਨਰ ਨੇ ਜੀ ਏਸੀ ਸਾਹਿਬ ਨੂੰ ਨਾਲ ਲੈ ਕੇ, ਮੈਂ ਉਹਨਾਂ ਨੂੰ ਆਖਿਆ ਵੀ ਨਾ ਅਸੀਂ ਸਾਰੇ ਉੱਥੇ ਇਕੱਠੇ ਹੋਏ ਸਾਂ ਜਮਾਤ ਦੇ, ਜੀ ਜੀ ਕਿਉਂ ਪਹਿਲੇ ਇਤਲਾਹ ਸੀ ਵੀ ਏਸੀ ਸਾਹਿਬ ਜਾ ਰਹੇ ਨੇ। ਤੇ ਉਦੋਂ ਬਾਅਦ ਫਿਰ ਉਸ ਤੋਂ ਬਾਅਦ ਵੀ ਉਹ ਕੋਸ਼ਿਸ਼ ਹੁੰਦੀ ਰਹੀ ਹੈ ਮੇਰੇ ਖਿਲਾਫ, ਕਈ ਉੱਥੇ ਸ਼ਹਿਰ ਵਿੱਚੋਂ ਕੋਈ ਇਸ ਤਰ੍ਹਾਂ, ਲੇਕਿਨ ਫਿਰ ਉਸ ਤੋਂ ਬਾਅਦ ਤੇ ਕੋਈ ਆਰਾਮ ਹੀ ਰਿਹਾ। ਨਹੀਂ, ਮੇਰਾ ਸਵਾਲ ਇਹ ਤੇ ਸੀ ਕਿ ਫਿਰ ਕਲਮਾ ਤੇ ਲਾ ਇਲਾਹਾ ਇਲੱਲਾ ਮੁਹੰਮਦ ਰਸੂਲullah ਜਿਹੜਾ ਵਾ, ਉਹ ਤੇ ਜਿਹੜੇ ਉੱਥੇ ਪਾਕਿਸਤਾਨ ਦੇ ਦੂਜੇ ਲੋਕ ਉਹ ਵੀ ਇਹੀ ਪੜ੍ਹਦੇ ਨੇ, ਅਸੀਂ ਵੀ ਇਹੀ ਪੜ੍ਹਨੇ, ਤੁਸੀਂ ਵੀ ਇਹੀ ਪੜ੍ਹਦੇ, ਤੇ ਫਿਰ ਕਿਉਂ ਉਹਨਾਂ ਨੂੰ ਪ੍ਰੋਬਲਮ ਹੋਈ ਕਿ ਮਿਟਾਓ? ਉਹਨਾਂ ਨੂੰ ਕੋਈ ਤਕਲੀਫ ਪਤਾ ਨਹੀਂ ਮੁਹੰਮਦ ਨਾਂ ਦੇ ਵਿੱਚੋਂ ਨਾ, ਜਿੱਥੇ ਅਹਿਮਦੀਆ ਦੇ ਮੁਹੰਮਦ ਨਾਂ ਹੋਵੇ ਨਾ, ਉੱਥੇ ਉਹਨਾਂ ਨੂੰ ਬੜੀ ਜ਼ਿਆਦਾ ਤਕਲੀਫ ਹੁੰਦੀ ਹੈ, ਪਤਾ ਨਹੀਂ ਕਿਉਂ।
ਨਹੀਂ ਤੇ ਇਹ ਉਹਨਾਂ ਨੂੰ ਤਾਂ ਪਤਾ ਨਹੀਂ। ਖੁਸ਼ ਹੋਣਾ ਚਾਹੀਦਾ ਕਿ ਮੁਹੰਮਦ ਦਾ ਨਾਮ ਨਹੀਂ ਨਾ, ਸੱਲੱਲਾਹੁ ਖੁਸ਼ ਵਸੱਲਮ। ਨਹੀਂ ਹੁੰਦੇ ਉਹਨਾਂ ਨੂੰ। ਮੈਂ ਇੱਕ ਹੋਰ ਅਰਜ਼ ਕਰਾਂ ਜੀ ਜੀ ਕਿ ਹਰੂਣਾ ਮੈਂ ਪੇਸ਼ੇ ਦੇ ਲਿਹਾਜ਼ ਨਾਲ ਮੈਂ ਐਡਵੋਕੇਟ ਹਾਂ, ਮਾਸ਼ਾ ਅੱਲਾਹ। ਤੇ ਮੈਂ ਉੱਥੇ ਕੋਈ 40-45 ਸਾਲ ਪ੍ਰੈਕਟਿਸ ਕੀਤੀ ਹੈ ਜੀ ਜੀ ਹਰੂਣਾਬਾਦ। ਜੀ ਜੀ ਤੇ ਮੈਂ ਸਨ 92 ਵਿੱਚ ਬਾਰ ਦਾ ਸਦਰ ਵੀ ਰਿਹਾ ਸੀ। ਅੱਛਾ, ਉਹਨਾਂ ਨੂੰ ਪਤਾ ਸੀ ਤੁਸੀਂ ਅਹਿਮਦੀ ਜੇ? ਹਾਂਜੀ। ਉਦੋਂ ਉਹਨਾਂ ਨੂੰ ਪਤਾ ਸੀ ਤੁਸੀਂ ਅਹਿਮਦੀ ਜੇ? ਨਹੀਂ, ਮੇਰਾ ਸਾਰਿਆਂ ਨੂੰ ਪਤਾ, ਮੈਂ ਉੱਥੇ ਹਰੂਣਾਬਾਦ ਦਾ ਸਦਰ ਸੀ ਜਮਾਤ ਅਹਿਮਦੀਆ ਦਾ। ਅੱਛਾ ਤੇ ਉਹਨਾਂ ਨੂੰ ਪਤਾ ਸੀ। ਉੱਥੇ ਮੇਰੇ ਖਿਲਾਫ ਬੜੇ ਉੱਥੇ ਮਸਜਿਦਾਂ ਵਿੱਚ ਤਕਰੀਰਾਂ, ਜਲੂਸ ਜਲਾਸ, ਜਦੋਂ ਮੈਂ ਆਪਣਾ ਬਿਲਾ ਮੁਕਾਬਲਾ ਮੈਂ ਹੋਇਆ ਸਾਂ ਸਦਰ, ਤੇ ਆਏ ਸੀ ਮੌਲਵੀ ਆਉਂਦੇ ਆਉਂਦੇ ਰਹੇ, ਲੇਕਿਨ ਕੋਈ ਅੱਲਾ ਦਾ ਫਜ਼ਲ ਰਿਹਾ। ਹੁਣ ਮੈਂ ਪਾਕਿਸਤਾਨ ਵਿੱਚ, ਹੁਣ ਤੇ ਮੈਂ ਇੱਥੇ ਆ, ਤੇ ਮੈਨੂੰ ਹੁਣ ਪਤਾ ਲੱਗਾ ਕਿ ਉਹ ਬਾਹਰ ਰੂਮ ਦੇ ਵਿੱਚ ਜਿਹੜਾ ਬੋਰਡ ਲੱਗਾ ਹੁੰਦਾ ਨਾ ਵੀ ਆਹ ਫਲਾਂ ਸਦਰ ਆ, ਫਲਾਂ ਡੇਟ ਸਾਲ ਫਲਾਂ ਤੇ, ਜੀ ਜੀ ਉੱਥੇ ਮੇਰਾ ਨਾਂ ਜਿੱਥੇ ਲਿਖਿਆ ਸੀ ਨਾ, ਉਹ ਨਾਂ ਵਿੱਚ ਉਹਨਾਂ ਨੇ ਨਾ ਮੁਹੰਮਦ ਮਿਟਾਤਾ ਹੈ। ਅੱਛਾ ਠੀਕ। ਮੁਹੰਮਦ ਰਿਆਜ਼ ਕਮਰ ਲਿਖਿਆ ਹੋਇਆ ਨਾ ਬੋਰਡ ਉੱਤੇ, ਤੇ ਉਹ ਉਹਦੇ ਵੀ ਮਟਾ ਜਿਹੜੇ ਸਨ 92 ਉਹ ਚੋਂ ਮੁਹੰਮਦ ਨਾਲ ਮਿਟਾਤਾ। ਇੰਨਾ ਉਹਨਾਂ ਨੂੰ ਦੁੱਖ ਹੁੰਦਾ ਹੈ ਮੁਹੰਮਦ ਦਾ। ਅੱਛਾ, ਬਹਰਾਲ ਤੁਸੀਂ ਕਿਉਂਕਿ ਆਪ ਦੱਸ ਰਹੇ ਜੇ ਤੁਸੀਂ ਵਕੀਲ ਜੇ, ਤੇ ਇਹ ਕਿਹੜੇ ਪਾਸੇ ਜਾ ਰਿਹਾ ਪਾਕਿਸਤਾਨ? ਇਹ ਕਲਮੇ ਦੇ ਨਾਮ ਤੇ ਪਾਕਿਸਤਾਨ ਤਬਾਹੀ ਦੀ ਤਰਫ ਜਾ ਰਿਹਾ ਹੈ। ਉੱਥੇ ਪਰਚੇ ਆਮ ਹੁੰਦੇ ਨੇ। ਇੱਕ ਹੋਰ ਸਾਡੇ ਉੱਥੇ ਹੈ ਸੀ ਚਿਸ਼ਤੀਆਂ ਦੇ, ਉਹਨਾਂ ਦਾ ਇਹ ਸੀ, ਉਹਨਾਂ ਦੇ ਸਰੀਕੇ, ਉਹਨਾਂ ਆਪਣਾ ਡੇਰਾ, ਉਹਨਾਂ ਦਾ ਇੱਕ ਹੈ ਬਸਤੀ ਇਕੱਲੇ 'ਚ, ਉਹਨਾਂ ਦੇ 2-4 ਘਰ ਸੀ, ਤੇ ਉੱਥੇ ਉਹਨਾਂ ਨੇ ਮਸਜਿਦ ਸੀ, ਤੇ ਉਹਦੇ ਉੱਤੇ ਪਰਚਾ ਹੋਇਆ। ਉਹ 2 ਸਾਲ ਉਹ ਜੇਲ੍ਹ ਵਿੱਚ ਰਿਹਾ ਬੰਦਾ, 2 ਸਾਲ ਸਜ਼ਾ ਉਹਨੂੰ ਹੋਈ। ਅੱਛਾ, ਜਦੋਂ ਇਸ ਤਰ੍ਹਾਂ ਹੋਰ ਇੱਕ ਤੁਹਾਨੂੰ ਜਦੋਂ ਪੁਲਿਸ ਹੋਰ ਫੜਨ ਸਾਡੇ ਆਈ, ਜਦੋਂ ਤੁਹਾਨੂੰ ਪੁਲਿਸ ਫੜਨ ਆਈ, ਤੇ ਤੁਸੀਂ ਉਸ ਟਾਈਮ ਹਾਂਜੀ, ਘਰ ਸੀ ਜਾਂ ਆਪਣੇ ਆਫਿਸ 'ਚ ਸੀ, ਕਿੱਥੇ ਸੀ? ਮੈਨੂੰ ਇਹ ਪਤਾ ਲੱਗ ਗਿਆ ਸੀ ਕਿ ਪਰਚਾ ਹੋਇਆ ਹੈ, ਜੀ ਜੀ ਤੇ ਲੇਕਿਨ ਮੈਨੂੰ ਇਹ ਸੀ ਕਿ ਉਹ ਚੱਕ ਜਾਣਗੇ, ਪਤਾ ਕਰਨਗੇ। ਲੇਕਿਨ ਮੈਂ ਕੋਈ ਸ਼ਾਮ ਦਾ ਕੋਈ ਮਗਰਿਬ ਦੇ ਟਾਈਮ ਤੋਂ ਪਹਿਲੇ ਥੋੜੀ ਦੇਰ ਮੈਂ ਆਪਣੇ ਮਕਾਨ ਤੇ, ਹਰੂਣਾਬਾਦ ਸ਼ਹਿਰ ਦੇ ਵਿੱਚ ਆਪਣੇ ਮਕਾਨ ਤੇ ਮੌਜੂਦ ਸਾਂ, ਜੀ ਜੀ ਤੇ ਪੁਲਿਸ ਆਈ ਆ। ਉਹ ਉੱਥੇ ਲਾਗੇ ਇੱਕ ਸਾਡਾ ਚੱਕ ਜਿੱਥੇ ਪਰਚਾ ਹੋਇਆ, ਉਹ ਫਕੀਰ ਵਾਲੀ ਇੱਕ ਪੁਲਿਸ ਸਟੇਸ਼ਨ ਉੱਥੇ ਹੋਇਆ ਸੀ, ਉੱਥੇ ਦੀ ਪੁਲਿਸ ਸੀ। ਤੇ ਹਰੂਣਾਬਾਦ ਉਹ ਖਤਮੇ ਬਹੁਤ ਵਾਲੇ ਨਾਲ ਕੁਝ ਬੰਦੇ ਹੈ ਸਨ, 8-10, ਜੀ ਜੀ ਤੇ ਪੁਲਿਸ ਦੇ 3 ਜਸਟਾਈ ਸੀ। ਮੈਂ ਘਰ ਇਕੱਲਾ ਹੀ ਸਾਂ, ਮੇਰੇ ਬੀਵੀ ਬੱਚੇ ਉਦੋਂ ਨਾ ਛੁੱਟੀਆਂ ਸੀ ਗਰਮੀਆਂ ਦੀਆਂ, ਤੇ ਰਬਵਾ ਗਏ ਹੋਏ ਸੀ, ਮੇਰਾ ਸਸੁਰਾਲ ਮੇਰੇ ਰਬਵਾ ਸੀ। ਜੀ ਜੀ ਤੇ ਮੈਂ ਬਾਹਰ ਨਿਕਲਿਆ, ਮੈਂ ਦੇਖਿਆ ਪੁਲਿਸ ਆ। ਅੱਛਾ ਤੇ ਉਹ ਮੈਨੂੰ ਪੁੱਛਿਆ, ਉਹਨੇ ਜਿਹੜਾ ਆਇਆ ਸੀ SI, ਅੱਛਾ ਪੁੱਛਿਆ ਜੀ ਤੁਸੀਂ ਕੋਈ ਜ਼ਮਾਨਤ ਕਰਾਈ ਹੈ? ਮੈਂ ਕਿਹਾ ਨਹੀਂ। ਅਸੀਂ ਤੁਹਾਨੂੰ ਗ੍ਰਿਫਤਾਰ ਕਰਨਾ ਹੈ। ਮੈਂ ਕਿਹਾ ਠੀਕ ਆ, ਮੈਨੂੰ ਜ਼ਰਾ 10 ਮਿੰਟ ਟਾਈਮ ਦਿਓ, ਮੈਂ ਕੱਪੜੇ ਬਦਲ ਲਵਾਂ। ਮੈਂ ਕੱਪੜੇ ਬਦਲੇ, ਉਹਨਾਂ ਦੇ ਨਾਲ ਚਲਾ ਗਿਆ। ਉਹਨਾਂ ਬਜਾਏ ਮੈਨੂੰ ਥਾਣੇ ਲਿਜਾਣ ਦੇ, ਉਹ ਕਹਿਣ ਲੱਗੇ ਵੀ ਨਹੀਂ, ਥਾਣੇ ਤਾਂ ਨਹੀਂ ਲਿਜਾਂਦੇ। ਹਰੂਣਾਬਾਦ ਹੀ ਉਹ ਥਾਣੇ ਵਿੱਚੋਂ ਮੈਨੂੰ ਉੱਥੇ ਕਰ ਕੇ ਆਪੇ ਉਹਨਾਂ AC ਕੋਲ ਜਾ ਕੇ ਤੇ ਮੇਰੇ ਆਰਡਰ ਕਰ ਲਏ ਜੁਡੀਸ਼ੀਅਲ ਦੇ, ਠੀਕ। ਤੇ ਮੈਨੂੰ ਜੁਡੀਸ਼ੀਅਲ ਭੇਜਤਾ। ਮੈਂ ਜੁਡੀਸ਼ੀਅਲ ਵਿੱਚ ਰਿਹਾ ਕੋਈ 7, ਲੇਕਿਨ ਉੱਥੇ ਮੇਰੇ ਵਾਸਤੇ ਕੋਈ ਐਸਾ ਨਹੀਂ ਕਿ ਮੇਰੇ ਨਾਲ ਪੁਲਿਸ ਵਾਲਿਆਂ ਦਾ ਜਿਹੜੇ ਉੱਥੇ ਜੁਡੀਸ਼ੀਅਲ ਸੇ ਬੜਾ ਤਾਮਲ ਸੀ, ਜੀ ਬਲਕਿ ਮੇਰੇ ਦੋਸਤਾਂ ਦਾ ਜਿਹੜੇ ਐਡਵੋਕੇਟ ਹੈ ਸਨ, ਉਹ ਵੀ ਆਉਂਦੇ ਸੀ ਮਿਲਣ ਵਾਸਤੇ। ਜੀ ਜੀ ਦਿਨ ਸਾਰਾ ਜਿਹੜਾ ਉਹ ਮੈਂ ਉੱਥੇ ਉਹਨਾਂ ਡੇੜੀ 'ਚ ਬੈਠਾ ਰਹਿੰਦਾ ਸਾਂ। ਜੀ ਬਲਕਿ ਮੇਰੇ ਇੱਕ ਦੋਸਤ ਨੇ ਉਹਨਾਂ ਦਿਨਾਂ ਵਿੱਚ ਸੁਬਾਹ ਸ਼ਾਮ ਬੜਾ ਫਰੂਟ ਤੇ ਬੜਾ ਕੁਛ ਭੇਜਦੇ ਸੀ, ਜੀ ਤੇ ਜੀ ਬਾਕੀ ਮੇਰੇ ਆਪਣੇ ਕਮਰੇ ਵਾਲਿਆਂ ਨੂੰ ਮੈਂ ਖਿਲਾਉਂਦਾ ਪਿਲਾਉਂਦਾ ਸਾਂ, ਉਹ ਵੀ ਖੁਸ਼ ਸਨ। ਜੀ ਜੀ ਤੇ ਮੈਂ ਉਹਦਾ ਲੈਟਰ ਲਿਖਿਆ ਸੀ ਉਸ ਦਾ, ਫਿਰ ਹਜ਼ੂਰ ਹੋਣਾ ਨੂੰ ਵੀ, ਤੇ ਅੱਛਾ ਹਜ਼ੂਰ ਹੋਣਾ ਨੇ ਜੀ ਬੜਾ ਉਹਨੂੰ ਐਪਰੀਸ਼ੀਏਟ ਕੀਤਾ ਸੀ। ਫਿਰ ਜੀ ਕਿਹਾ ਜੀ ਸੀ ਵੀ ਉਹ ਦੋਸਤ ਨੂੰ ਜਿਹੜਾ ਹੈ ਨਾ, ਜੀ ਜੀ ਉਹਦਾ ਵੀ ਸ਼ੁਕਰੀਆ ਅਦਾ ਕਰੋ। ਇਵੇਂ ਉੱਥੇ ਗੁਜ਼ਾਰੇ ਆ। ਜੀ ਜੀ ਹੁਣ ਮੈਂ ਹਰ ਸਾਲ ਜਾਣਾ, ਮੈਂ ਦਸੰਬਰ ਵਿੱਚ ਜਾਂ 2-3 ਦਸੰਬਰ 3-4 ਮਹੀਨੇ ਵਾਸਤੇ, ਠੀਕ। ਤੇ ਫਿਰ ਆ ਜਾਣਾ ਇੱਥੇ, ਤੇ 3-4 ਮਹੀਨੇ ਪਾਕਿਸਤਾਨ ਰਹਿਣਾ। ਇੱਕ ਚੀਜ਼ ਦੱਸਣਾ ਇੱਥੇ ਤੇ ਕਿ ਜਦੋਂ ਤੁਸੀਂ ਜੇਲ੍ਹ 'ਚ ਸੀ, ਤੇ ਉੱਥੇ ਜਿਹੜੇ ਅਹਿਮਦੀ ਨਹੀਂ, ਉਹ ਵੀ ਤੁਹਾਨੂੰ ਮਿਲਣ ਆਉਂਦੇ ਸੀ? ਅਹਿਮਦੀ ਤੇ ਆਉਂਦੇ ਹੀ ਸੀ ਜੀ, ਆਪਣੇ ਜਾ ਕੇ ਸਾਰੇ ਨਹੀਂ, ਆਉਂਦੇ ਜਿਹੜੇ ਸੀ। ਅਹਿਮਦੀ ਨਹੀਂ ਸੀ, ਗੈਰ ਅਹਿਮਦੀ ਵੀ ਆਉਂਦੇ, ਹਾਂਜੀ, ਜਿਹੜੇ ਗੈਰ ਅਹਿਮਦੀ ਸੀ। ਗੈਰ ਅਹਿਮਦੀ ਆਉਂਦੇ ਸੀ, ਐਡਵੋਕੇਟ ਆਉਂਦੇ ਸੀ ਉੱਥੇ ਮੇਰੇ ਨਾਲ, ਉਹ ਵੀ ਕੋਈ ਖਾਣਾ ਖੁਣਾ ਜਾਂ ਜੋ ਕੁਛ ਆਉਂਦੇ ਸੀ। ਮੇਰਾ ਬਾਰ ਵਿੱਚ
ਤੇ ਦੱਸਿਆ ਨਾ ਕਿ ਬੜਾ ਕਾਫੀ ਮੇਰਾ ਤਲਕਾਤ ਸਨ ਜੀ ਕਿ ਜੀ ਵੀ ਮੈਂ 92 ਵਿੱਚ ਬਿਲਾ ਮੁਕਾਬਲਾ ਸਦਰ ਬਣਿਆ ਸਾਂ। ਬਿਲਾ ਮੁਕਾਬਲਾ ਸਦਰ ਕੋਈ ਐਵੇਂ ਤੇ ਨਹੀਂ ਬਣਦਾ, ਬਾਤ ਜਦੋਂ ਕਿ ਹੈ ਉਹਨਾਂ ਦਿਨਾਂ ਵਿੱਚ ਸਨ 84 ਤੋਂ ਬਾਅਦ ਕੋਈ ਅਹਿਮ ਦੀ ਇਲੈਕਸ਼ਨ ਲੜਦਾ ਸੋਚ ਹੀ ਨਹੀਂ ਸੀ ਸਕਦਾ ਹਾਂਜੀ। ਅੱਛਾ, ਤੁਸੀਂ ਹੁਣ ਬਾਹਰ ਦਾ। ਆਸਟ੍ਰੇਲੀਆ 'ਚ ਰਹਿ ਰਹੇ ਜੇ, ਹਾਂਜੀ ਇੱਥੇ ਵੀ ਤੁਹਾਨੂੰ ਕਦੀ ਕਿਸੇ ਨੇ ਆਖਿਆ ਕਿ ਆ ਕਲਮਾ ਤੂੰ ਪੜ੍ਹਨ ਡਿਆ, ਕਲਮਾ ਨਾ ਜੀ, ਇੱਥੇ ਮਸਜਿਦ ਹੈ, ਮਸਜਿਦ ਤੇ ਕਲਮਾ ਲਿਖਿਆ ਹੋਇਆ, ਲਿਖਿਆ ਹੋਇਆ ਸਭ ਕੁਝ, ਅੱਛਾ ਹਰ ਇੱਕ ਸਭ ਕੁਝ, ਕੋਈ ਕਦੀ ਕਿਤੇ ਨਹੀਂ, ਹਰ ਕਿਸੇ ਨੂੰ ਪਤਾ ਹੈ। ਇੱਥੇ ਬਹੁਤ ਸਾਰੇ ਲੋਕਾਂ ਨੂੰ, ਇੱਥੇ ਕੋਈ ਮੈਂ ਜਿੱਥੇ ਵੀ ਦੋਸਤਾਂ ਹੈ ਨੇ ਜਿਹੜੇ ਅਹਿਮਦੀ ਨਹੀਂ ਹੈ ਉਹਨਾਂ ਨੂੰ ਪਤਾ, ਦੂਸਰੇ ਨੂੰ ਪਤਾ, ਸਾਰਿਆਂ ਨੂੰ, ਤੇ ਕੋਈ ਐਸਾ ਨਹੀਂ। ਅੱਛਾ, ਤੁਸੀਂ ਕਿਉਂਕਿ ਦੱਸ ਰਹੇ ਜੇ ਤੁਸੀਂ ਖੁਦ ਇੱਕ ਅੱਛੇ ਪੇਸ਼ੇ ਨਾਲ ਤਾਲੁਕ ਸੀ ਤੁਹਾਡਾ, ਤੇ ਇਹ ਹਾਂਜੀ ਇੰਨੀਆਂ ਕੁਰਬਾਨੀਆਂ ਦੇ ਨਾਲ ਪਾਕਿਸਤਾਨ ਲਿਆ ਗਿਆ, ਔਰ ਹਾਂਜੀ ਇਹ ਤਕਰੀਬਨ ਜਦੋਂ ਮੇਰੀ ਹੁਣ ਉਮਰ 53-54 ਸਾਲ ਹੈ, ਮੈਂ ਤਾਂ ਜਦੋਂ ਦੀ ਹੋਈ ਸੰਭਾਲੀ ਇਹੀ ਸੁਣਨ ਡਿਆ ਕਿ ਹਾਲਾਤ ਬੜੇ ਨਾਜ਼ੁਕ ਨੇ ਪਾਕਿਸਤਾਨ ਦੇ। ਇਹ ਨਾਜ਼ੁਕ ਹੀ ਰਹਿਣੇ ਆ। ਮੇਰੀ ਉਮਰ ਇਸ ਵੇਲੇ 77 ਈਅਰ ਆ, ਅੱਛਾ, ਉਦੋਂ ਦੇ ਵੀ 77 ਨਾਜ਼ੁਕ ਸਾਲ 77 ਸਾਲ ਆ। ਸਾਡੀ ਤੇ ਇੰਡੀਆ ਦੀ ਤੇ ਪੈਦਾਇਸ਼ ਹੈ, ਮੈਂ ਹਾਂਜੀ ਤੁਸੀਂ ਪਾਕਿਸਤਾਨ ਦੀ ਪੈਦਾਇਸ਼ ਹੀ ਹੈ। ਆ ਪਾਕਿਸਤਾਨ ਬਣ ਤੋਂ ਪਹਿਲੇ ਦੀ ਪੈਦਾਇਸ਼ ਆ, ਅੱਛਾ, ਠੀਕ ਹੈ। ਕੋਈ 2-3 ਸਾਲ ਪਹਿਲੇ ਦੀ, ਜੀ 4 ਜੀ ਸਾਲ। ਜੀ ਜੀ ਤੇ ਪਾਕਿਸਤਾਨ 'ਚ ਮੈਂ ਤਾਂ ਸਭ ਕੁਝ ਦੇਖੇ ਨੇ ਹਾਲਾਤ। ਅਸੀਂ ਸਨ 53 ਵਿੱਚ ਤੇ ਖੈਰ ਛੋਟੇ ਜਿਹਾ ਪਤਾ ਨਹੀਂ, ਜੀ ਤੇ ਜੀ ਸਨ 74 ਦੇ ਜਿਹੜੇ ਹਾਲਾਤ ਆ ਪਤਾ। ਮੇਰਾ ਮਕਾਨ ਜਿਹੜਾ ਹੈ ਸਾਡੇ ਹਰੂਨਾਬਾਦ ਸ਼ਹਿਰ ਦੇ ਵਿੱਚ, ਸਾਡੇ 2 ਘਰ ਸਨ। ਅੱਛਾ ਵੈਸੇ 2 ਆੜ ਦੀਆਂ ਦੁਕਾਨਾਂ ਵੀ ਹੈ ਸੀ, ਲੇਕਿਨ ਇਹ ਰਿਹਾਇਸ਼ ਸੀ, 2 ਘਰ ਸਨ। ਇੱਕ ਮੇਰਾ ਸੀ ਤੇ ਇੱਕ ਮੇਰਾ ਚਾਚਾ ਸੀ, ਉਹਨਾਂ ਦੀ ਆੜ ਦੀ ਦੁਕਾਨ ਸੀ, ਉਹਨਾਂ ਦਾ ਸੀ। ਜੀ ਜੀ ਤੇ ਸਾਡੇ ਘਰ ਜਿਹੜੇ ਉਹਨਾਂ ਦੁਕਾਨਾਂ ਹੋਰ ਵੀ ਹੈ ਸਨ, ਉਹ ਵੀ ਉਹਨਾਂ ਲੁੱਟ ਲੱਟ ਲਈਆਂ ਸੀ। ਘਰ ਜਿਹੜੇ ਹੈ ਸੀ, ਉਹ ਮੇਰੇ ਚਾਚੇ ਦਾ ਜਿਹੜੇ ਘਰ ਹੈ ਸੀ, ਉਹ ਤੇ ਬਿਲਕੁਲ ਉਹਨੂੰ ਲੁੱਟ ਲਿਆ ਸੀ, ਕੋਈ ਚੀਜ਼ ਨਹੀਂ ਸੀ। ਅੱਛਾ ਮੇਰਾ ਮਕਾਨ ਜਿਹੜਾ ਹੈ ਉਹ ਕਿਰਾਏ ਤੇ ਮਕਾਨ ਸੀ, ਥਾਣੇ ਦੇ ਸਾਹਮਣੇ ਸੀ, ਨਜ਼ਦੀਕ ਸੀ। ਜੀ ਤੇ ਜੀ ਮੇਰੇ ਮਕਾਨ ਚੋਂ ਵੀ ਸਭ ਕੁਝ ਲੁੱਟ ਕੇ ਲੈ ਗਏ ਸੀ, ਲੇਕਿਨ ਹਾਂਜੀ ਕੋਈ ਚਾਰਪਾਈਆਂ ਵਗੈਰਾ ਕੋਈ ਇਸ ਕਿਸਮ ਦਾ ਜਿਹੜਾ ਹੈ ਨਾ ਕੋਈ ਬਚ ਗਿਆ ਸੀ। ਤੇ 15-20 ਦਿਨ ਤੇ ਅਸੀਂ ਮਕਾਨ ਤੇ ਆਏ ਹੀ ਨਹੀਂ, ਠੀਕ ਗਾँव ਚਲੇ ਗਏ ਸਾਪੇ 'ਚ। ਜੀ ਜੀ ਉਦੋਂ ਬਾਅਦ ਫਿਰ ਸੈਸੇ ਆਉਣਾ ਸ਼ੁਰੂ ਕੀਤਾ, ਤੇ ਪੁਲਿਸ ਉੱਥੇ ਕੋਈ ਮਹੀਨਾ ਕਿ 1.5 ਮਹੀਨਾ ਮੇਰੇ ਮਕਾਨ 'ਚ ਬੈਠੀ ਰਹੀ। ਉਦੋਂ ਬਾਅਦ ਫਿਰ ਇੱਕ ਦਫਾ ਫਿਰ ਜਦੋਂ ਮੇਰੇ ਤੇ ਹਮਲਾ ਹੋਇਆ, ਤੇ ਜਿਹੜਾ ਕਾਤਲਾਨਾ ਹਮਲਾ, ਉਦੋਂ ਬਾਅਦ ਇੱਕ ਦਫਾ ਫਿਰ ਹਾਲਾਤ ਕੋਈ ਖਰਾਬ ਹੋਏ ਸੀ, ਕਿ ਉਦੋਂ ਫਿਰ SP ਦੇ ਆਰਡਰ ਨਾਲ ਮੈਨੂੰ ਇੱਕ ਸਿਪਾਹੀ ਮਿਲਿਆ ਸੀ ਉਹਦੇ ਵਾਸਤੇ, ਹਫਾਜ਼ਤ ਲਈ ਹਿਫਾਜ਼ਤ ਵਾਸਤੇ, ਜੀ ਹਿਫਾਜ਼ਤ ਵਾਸਤੇ ਜੀ ਜੀ। ਤੇ ਰਿਹਾ। ਤੇ ਅੱਛਾ, ਗੱਲ ਸੁਣੋ, ਬਸ ਇਸ ਤਰ੍ਹਾਂ। ਇੱਕ ਚੀਜ਼ ਹੋਰ ਮੈਂ ਕਿਹਾ ਤੁਹਾਨੂੰ ਪੁੱਛ ਲੈਂਦੇ ਆ ਹਾਂਜੀ ਕਿ ਕਲਮੇ ਤੇ ਚਲੋ ਇਹਨਾਂ ਨੇ ਇੱਕ ਗੱਲ ਲੈ ਕੇ ਮਟਾਇਆ, ਫਿਰ ਤੁਹਾਡੇ ਸੀ ਦੱਸਿਆ ਤੁਹਾਡੇ ਘਰ ਦਾ ਸਮਾਨ ਵੀ ਲੁੱਟਿਆ। ਇਹ ਲੁੱਟਿਆ ਹੋਇਆ ਸਮਾਨ ਜਿਹੜਾ ਵਾ ਉਹ ਘਰਾਂ 'ਚ ਲਿਜਾਣਾ, ਇਹਦੀ ਇਸਲਾਮ 'ਚ ਕੋਈ ਇਜਾਜ਼ਤ ਹੈਗੀ? ਸ਼ਾਇਦ ਮੇਰੇ ਇਲਮ 'ਚ ਤਾਂ ਨਹੀਂ, ਤੁਹਾਡੇ 'ਚ ਸ਼ਾਇਦ ਹੋਏ ਕੋਈ। ਦੇਖੋ ਜੀ, ਉਹ ਜਿਹੜੇ ਉੱਥੇ ਹੈ ਨੇ ਨਾ, ਜਿਹੜੇ ਖਤਮ ਨਬੂਵਤ ਵਾਲੇ ਦੂਸਰੇ ਹੈ ਨੇ, ਉਹ ਹਾਂਜੀ, ਇਹਨੂੰ ਸਵਾਬ ਸਮਝਦੇ ਆ ਅਹਿਮਦੀਆਂ ਦੇ ਘਰਾਂ ਨੂੰ ਲੁੱਟਣਾ। ਲੇਕਿਨ ਉਹਨਾਂ ਨੂੰ ਅਹਿਮਦੀਆਂ ਨੂੰ ਵੇਖ ਕੇ ਤੇ ਉਹਨਾਂ ਦੇ ਜਜ਼ਬਾਤ ਮਜਰੂਹ ਹੋ ਜਾਂਦੇ ਨੇ, ਤੇ ਉਹਨਾਂ ਦਾ ਸਮਾਨ ਕਿੰਝ ਲੈ ਜਾਂਦੇ ਨੇ ਘਰਾਂ 'ਚ? ਸਮਾਨ ਉਹ ਕਹਿੰਦੇ ਆ ਵੀ ਇਹ ਜਿਹੜਾ ਨਾ ਉਹ ਮਾਲਿਕ ਨੀਮਤ ਸਮਝਦੇ ਆ ਕਿ ਅੱਛਾ, ਸਮਾਨ ਜਿਹੜਾ ਹੈਗਾ ਹੈ, ਠੀਕ ਸਮਝੇ ਨਾ। ਕੁਛ ਉਹਨਾਂ ਲੁੱਟ ਲਿਆ ਸੀ, ਤੇ ਕੁਛ ਵੈਸੇ ਲਈ ਚੰਗੇ ਆਪਦੇ ਵੀ ਹੈ ਸੀ, ਕਿ ਮੇਰੀਆਂ ਜੇ ਲਾ ਵਾਲੀਆਂ ਕਿਤਾਬਾਂ ਸੀ ਉਹ ਕੋਈ ਲੜਕੇ ਚੁੱਕ ਕੇ ਲੈ ਕੇ ਜਾ ਰਹੇ ਸੀ। ਅੱਛਾ ਇੱਕ ਉੱਥੇ ਉਹ ਰਿਟਾਇਰਡ ਟੀਚਰ ਸੀ, ਉਹਨੇ ਉਹਨਾਂ ਨੂੰ ਆਖਿਆ, ਵੀ ਤੁਸੀਂ ਕਾਹਦੇ ਲਈ ਜਾਂਦੇ, ਉਹ ਮੈਨੂੰ ਦਵੋ ਮੈਂ ਪੜ੍ਹਿਆ ਕਰਾਂਗਾ ਫਲਾਣਾ। ਉਹਨੇ ਆਪਣੇ ਘਰ ਰੱਖ ਲਈਆਂ, ਅੱਛਾ ਹਾਲਾਤ ਠੀਕ ਹੋਏ ਤੇ ਉਹਨੇ ਮੈਨੂੰ ਬੁਲਾ ਕੇ ਤੇ ਦੇ ਦਿੱਤੀਆਂ ਵੀ ਆਹ ਲਓ ਲੈ ਜੀ ਜਾਓ। ਕਿਤਾਬਾਂ ਮੈਂ ਲੈ ਆ। ਮਤਲਬ ਕੋਈ ਐਸੇ ਵੀ ਹੈ ਸਨ, ਲੇਕਿਨ ਜੀ ਜ਼ਿਆਦਾ ਜਿਹੜੇ ਆ ਉਹ ਕੋਈ ਨਹੀਂ ਸੀ। ਅੱਛਾ 3 ਮਹੀਨੇ 2-2.5 ਮਹੀਨੇ ਜੀ 2-2.5 ਮਹੀਨੇ ਪੂਰਾ ਬਾਈਕਾਟ ਰਿਹਾ ਉੱਥੇ। ਅਦਾਲਤ ਵਿੱਚ ਵੀ ਮੇਰਾ ਵੀ ਕਿਸੇ ਨਾਲ ਬੋਲ ਚਾਲ ਨਹੀਂ, ਕੋਈ ਦੂਸਰਾ ਨਹੀਂ। ਉਹਦੇ ਨਾਲ ਕੀ ਮੁਸ਼ਕਲ ਪੇਸ਼ ਆ ਰਹੀ ਸੀ ਤੁਹਾਨੂੰ, ਇਹ ਜ਼ਰਾ ਨਾਜ਼ਰੀਨ ਨੂੰ ਦੱਸੋ। ਮੁਸ਼ਕਿਲ ਪੇਸ਼ ਇਹੀ ਆ ਰਹੀ ਸੀ ਕਿ ਮੈਂ ਉੱਥੇ ਮਕਾਨ ਤੇ ਰਹਿੰਦਾ ਸਾਂ, ਤੇ ਮੇਰੀ ਡਿਊਟੀ ਸੀ ਉੱਥੇ ਕਿ ਰੱਬਾ ਵਿੱਚੋਂ ਕੋਈ ਡਾਕ ਆਉਂਦੀ ਸੀ ਫਿਰ, ਜਾਂ ਕੋਈ ਪੈਗਾਮ ਆਉਂਦਾ ਸੀ, ਜੀ ਤੇ ਜੀ ਉਹ ਜਮਾਤਾਂ ਨੂੰ ਪਹੁੰਚਾਉਣਾ ਹੁੰਦਾ ਸੀ ਚੱਕਾਂ 'ਚ। ਜੀ ਜੀ ਮੋਟਰਸਾਈਕਲ ਤੇ ਜਾਣਾ ਹੁੰਦਾ, ਤੇ ਮੇਰੇ ਮੋਟਰਸਾਈਕਲ ਤੇ ਪੈਟਰੋਲ ਨਹੀਂ ਸੀ ਪਾਉਂਦੇ ਉਹਨਾਂ ਪਰਦਾ, ਤੇ ਅੱਛਾ ਪੈਟਰੋਲ ਨਹੀਂ ਸੀ ਦਿੰਦੇ। ਹਾਂ ਹਾਂ ਬਾਜ਼ਾਰ ਵਿੱਚੋਂ ਕੋਈ ਦੁੱਧ ਨਹੀਂ ਸੀ ਦਿੰਦੇ। ਹਾਂਜੀ, ਅੱਛਾ ਮੇਰੇ ਉਹ ਬੱਚੀ ਸੀ ਛੋਟੀ ਜੀ, ਐਵੇਂ ਕੋਈ 2-3 ਮਹੀਨੇ ਦੀ, ਤੇ ਉਹਦੇ ਵਾਸਤੇ ਉਹ
ਦੁੱਧ ਡੱਬੇ ਵਾਲਾ ਲੈਣਾ ਹੁੰਦਾ ਸੀ ਤੇ ਉਹ ਨਹੀਂ ਸੀ ਦਿੰਦਾ, ਕਿਸੇ ਨੂੰ ਭੇਜ ਕੇ ਤੇ ਮੰਗਵਾਈਦਾ ਸੀ। ਪੈਟਰੋਲ ਜਿਹੜਾ ਉਹ ਵੀ ਕਿਸੇ ਨੂੰ ਭੇਜ ਕੇ ਕਿਸੇ ਹੋਰ ਮੋਟਰਸਾਈਕਲ ਤੇ ਉਹ ਲੈ ਕੇ ਆਉਂਦੇ ਸੀ, ਫਿਰ ਉਹ ਚੋਂ ਕੱਢ ਕੇ ਤੇ ਮੇਰੇ ਮੋਟਰਸਾਈਕਲ ਤੇ ਪਾਉਂਦੇ ਸੀ। ਅੱਛਾ, ਤੇ ਮਸਾਲਾ ਇਹ ਦਿੰਦੇ ਜਾਂ ਨੇ ਅਸੀਂ ਜੀ ਮੈਂ ਕਿਹਾ ਜਾਂ ਮਸਾਲਾ ਅਸੀਂ ਦਿੰਦੇ ਨੇ ਯਜ਼ੀਦ ਦੀਆਂ ਨਾ। ਹਾਂਜੀ ਅੱਛਾ, ਫਿਰ ਜੋ ਕੋਈ ਫਿਰ ਉਹ ਨਾ ਕਦੀ ਇੱਕ ਲਿਖ ਹੁੰਦਾ ਕਿ ਅਸੀਂ ਚੱਕਾ ਜਾਂਦੇ ਹਾਂ ਤੇ ਰਸਤੇ ਕੋਈ ਪੈਟਰੋਲ ਪੰਪ ਹੈਗੇ ਸੀ ਇੱਕ ਦੋ, ਉਹਨਾਂ ਨੂੰ ਪਤਾ ਨਹੀਂ ਸੀ ਫੋਟਾਬਾਦ ਸੀ ਸ਼ਹਿਰ ਉੱਥੇ ਜੀ ਕਿ ਜੀ ਵੀ ਅਹਿਮਦੀ ਆ, ਤੇ ਉਹ ਅਸੀਂ ਫਿਰ ਉੱਥੋਂ ਪਵਾ ਲਿਆਉਂਦੇ ਹੁੰਦੇ ਸਾਂ, ਲੇਕਿਨ ਜਾਂਦੇ ਸਾਂ। ਅੱਛਾ, ਲੇਕਿਨ ਤੁਸੀਂ ਇਹ ਦੱਸੋ ਹੁਣ ਕਿ ਜੇਲ੍ਹ ਦੇ ਵਿੱਚ ਵੀ ਹਾਂਜੀ 7 ਦਿਨ ਰਹੇ ਤੁਸੀਂ ਦੱਸਿਆ ਸੀ, ਉੱਥੇ ਜਿਹੜੇ ਅੱਛੇ ਕੈਦੀ 7 ਦਿਨ ਹਾਂਜੀ ਕੈਦੀ ਸ਼ੈਦੀ ਜਿਹੜੇ ਸੀ ਉਹ ਠੀਕ ਰਹੇ ਤੁਹਾਡੇ ਨਾਲ? ਕੈਦੀ ਜਿਹੜਿਆਂ ਨੇ ਉਹਨਾਂ ਦਾ ਮੇਰੇ ਨਾਲ ਬਹੁਤ ਹੀ ਅੱਛਾ ਸਲੂਕ ਸੀ। ਅੱਛਾ ਹਾਂਜੀ ਜੀ ਜੀ ਇੱਕ ਉਸ ਕਮਰੇ ਵਿੱਚ ਜਿਹਦੇ 'ਚ ਮੈਂ ਸਾਂ ਉਹਦੇ ਵਿੱਚ ਕੋਈ 8-10 ਜਾਂ ਇੰਨੇ ਕੁ ਹੋਣਗੇ। ਜੀ ਜੀ ਇੱਕ ਉਹਨਾਂ ਵਿੱਚ ਕੈਦੀ ਜਿਹੜਾ ਸੀ ਉਹ ਅੱਗੇ ਉਹਨੇ ਕੋਈ ਕਾਫੀ ਕਿਸੇ ਹੋਰ ਜਗ੍ਹਾ ਸਜ਼ਾ ਭੁਗਤੀ ਹੋਈ ਸੀ, ਕੋਈ 5-10 ਸਾਲ ਜਾਂ ਪਤਾ ਨਹੀਂ ਕਾਹਦੇ ਵਿੱਚ ਜ਼ਿਆਦਾ। ਅੱਛਾ ਹੁਣ ਇੱਥੇ ਹੈ ਸੀ ਤੇ ਉਹਨੂੰ ਪਤਾ ਸੀ ਵੀ ਜੇਲ੍ਹ ਵਿੱਚ ਕਿਵੇਂ ਰਹਿਣਾ ਹੈ। ਉਹ ਹਾਂਜੀ ਮੇਰਾ ਬੜਾ ਹੀ ਖਿਆਲ ਰੱਖਦਾ ਸੀ। ਅੱਛਾ ਹਾਂਜੀ ਬਿਸਤਰ ਦਾ, ਬਾਕੀ ਵੀ ਹਰ ਚੀਜ਼ ਦਾ ਬਹੁਤ ਬਿਲਕੁਲ। ਉੱਥੇ ਮੈਨੂੰ ਉਹਨਾਂ ਨੇ ਕਿਸੇ ਕਿਸਮ ਦੇ ਨਹੀਂ, ਮਤਲਬ ਦਿਨ ਬਾਰਾ ਸਾਰਾ ਮੈਂ ਬਾਹਰ ਹੀ ਰਹਿੰਦਾ ਸਾਂ, ਮਤਲਬ ਜਿਹੜੀ ਹੈ ਉੱਥੇ ਹੁੰਦਾ ਸਾਂ, ਤੇ ਰਾਤ ਨੂੰ ਤੇ ਫਿਰ ਉੱਥੇ ਅੰਦਰ ਹੁੰਦੇ ਸੀ। ਲੇਕਿਨ ਮੇਰੇ ਨਾਲ ਬਹੁਤ ਉਹਨਾਂ ਨੇ ਨਾ ਬਹੁਤ ਅੱਛਾ, ਬਲਕਿ ਮੇਰੇ ਤੋਂ ਉਹਨਾਂ ਦਾ ਬਾਅਦ ਵਿੱਚ ਮੇਰੇ ਨਾਲ ਅੱਛਾ ਸਲੂਕ ਹੈ। ਉਹਨਾਂ 'ਚ ਬਹੁਤ ਸਾਰਿਆਂ ਦਾ ਮੈਂ ਬਾਅਦ ਵਿੱਚ ਵਕੀਲ ਰਿਹਾ ਵਾਂ, ਅੱਛਾ ਮਾਸ਼ਾਅੱਲਾ, ਉਹਨਾਂ ਦੇ ਵਾਹ ਮੁਕੱਦਮਿਆਂ ਦਾ। ਜੀ। ਅੱਛਾ, ਇੱਕ ਚੀਜ਼ ਦੱਸਣਾ ਕਿ ਤੁਸੀਂ 7 ਦਿਨ ਤੁਸੀਂ ਦੱਸਿਆ ਜੇਲ੍ਹ 'ਚ ਰਹੇ ਜੇ, ਉੱਥੇ ਹਾਂਜੀ ਪੁਲਿਸ ਦਾ ਰਵੱਈਆ ਤੁਹਾਡੇ ਨਾਲ ਕੈਸਾ ਸੀ? ਪੁਲਿਸ ਦਾ ਵੀ ਜਿਹੜਾ ਇੰਚਾਰਜ ਹੈ ਸੀ ਨਾ, ਉਹਦਾ ਰਵੱਈਆ ਬਹੁਤ ਹੀ ਅੱਛਾ ਸੀ। ਹਾਂਜੀ ਬਾਕੀਆਂ ਦੇ ਵੀ ਅੱਛੇ ਸੀ। ਉਹ ਜਿਹੜਾ ਇੰਚਾਰਜ ਹੈ ਸੀ ਉਸ ਵਕਤ, ਉਹ ਪਹਿਲੇ ਅਦਾਲਤ ਵਿੱਚ ਵੀ ਨਾ ਅਹੁਦੇਦਾਰ ਕੋਰਟ ਵਗੈਰਾ ਨੈਬ ਕੋਰਟ ਵਗੈਰਾ ਰਿਹਾ ਸੀ। ਜੀ ਜੀ ਹਾਂਜੀ ਅੱਛਾ ਤੇ ਉਹ ਬਹੁਤ ਖਿਆਲ ਰੱਖਦਾ, ਬਹੁਤ ਉਹਨੇ ਜਿੰਨਾ ਵੀ ਕਰ ਸਕਦੇ ਇਹਨਾਂ ਬਹੁਤ ਖਿਆਲ ਰੱਖਿਆ। ਤੇ ਮਤਲਬ ਇਹ ਹੈ ਵੀ ਉਹ ਮੈਨੂੰ ਰਿਮਾਂਡ ਲੈਣਾ ਸੀ ਤੇ ਮੈਨੂੰ ਲੈ ਕੇ ਵੀ ਨਹੀਂ ਗਏ, ਆਪੇ ਅਸੀਂ ਕੋਲ ਜਾ ਕੇ ਕਰਾ ਲਿਆ ਜਾਂ ਜੋ ਕੁਛ ਵੀ ਐਵੇਂ ਹੈ ਨਾ, ਠੀਕ। ਕੋਈ ਐਸੀ ਚੀਜ਼ ਨਹੀਂ ਸੀ। ਅੱਛਾ, ਤੁਸੀਂ ਵਕੀਲ ਜੇ ਰਿਮਾਂਡ ਦੀ ਗੱਲ ਕੀਤੀ, ਹਾਂਜੀ ਇਹ ਯੂਰਪ ਦੇ ਵਿੱਚ ਤੇ ਰਿਮਾਂਡ ਸ਼ਮਾਂਡ ਦਾ ਮਾਰਨ ਮੂਰਨ ਦਾ ਕੋਈ ਨਹੀਂ ਹੈ। ਪਾਕਿਸਤਾਨ 'ਚ ਤੇ ਉਹ ਪੁਲਿਸ ਗਾਲਾਂ ਤੇ ਮਾਰ ਕੁੱਟ ਉਹ ਬੜਾ ਕਰਦੇ ਨੇ, ਇਹ ਕਿਉਂ ਨਹੀਂ ਠੀਕ ਹੋ ਰਿਹਾ ਹਾਲੇ ਤੱਕ? ਉੱਥੇ ਕਿਹੜਾ ਕੰਮ ਠੀਕ ਹੈ? ਕੀ ਇਹ ਚੀਜ਼ ਕੋਈ ਚੀਜ਼ ਵੀ ਠੀਕ ਨਹੀਂ। ਹਾਂ, ਇਹ ਵੀ ਗੱਲ ਠੀਕ ਹੈ, ਇਹ ਵੀ ਅੱਛਾ ਸਵਾਲ ਹੈ ਇਹ ਤੁਹਾਡਾ। ਕੋਈ ਚੀਜ਼ ਨਹੀਂ। ਪੈਸੇ ਤੋਂ ਬਗੈਰ ਉੱਥੇ ਮੇਰਾ ਉੱਥੇ ਬਾਰ ਵਿੱਚ ਕਾਫੀ ਅਸਰ ਰਸੂਖ ਆ। ਜੀ ਜੀ ਹਾਂਜੀ ਜੀ ਜੀ ਲੇਕਿਨ ਮੇਰੇ ਆਪਣੇ ਉੱਥੇ 2-3 ਮਸਲੇ ਹੈਗੇ ਨੇ, ਉਹ ਹੱਲ ਨਹੀਂ ਹੁੰਦੇ। ਮੈਂ ਜਾਣਾ ਹੈ, ਉਹ ਕੇਸ ਕੁਸ ਉੱਥੇ ਪਏ ਰਹਿੰਦੇ ਨੇ। ਉਹ 1-2 ਪਰਚੇ ਕਰਾਉਣ ਲਈ ਗਿਆ ਪੁਲਿਸ ਵਾਲੇ, ਉਹ ਪੈਸਿਆਂ ਤੋਂ ਬਗੈਰ ਕਰਦੇ ਨਹੀਂ। ਉਹ ਉੱਥੇ ਪੈਸੇ ਤੋਂ ਬਗੈਰ ਕੁਛ ਨਹੀਂ ਹੁੰਦਾ। ਅੱਛਾ, ਤੁਸੀਂ ਜਿਹੜਾ ਤੁਸੀਂ ਦੱਸ ਰਹੇ ਤੁਹਾਡਾ ਜੇਲ੍ਹ 'ਚ ਸਲੂਕ ਸੀ, ਕੈਦੀਆਂ ਦਾ ਵੀ ਤੁਹਾਡਾ ਨਾਲ ਅੱਛਾ ਸੀ, ਪੁਲਿਸ ਦਾ ਵੀ ਸੀ, ਉਹਦੀ ਇਹ ਵੀ ਵਜ੍ਹਾ ਸੀ ਨਾ ਕਿ ਤੁਸੀਂ ਵਕੀਲ ਸੀ। ਹਾਂ ਇਹ ਵੀ ਹੈ ਸੀ, ਲੇਕਿਨ ਦੇਖੋ ਉਹ ਜਿਹੜਾ ਇੰਚਾਰਜ ਸੀ, ਕਿਉਂਕਿ ਉਹ ਇੱਕ ਦੋਸਤੇ ਵਾਲੇ ਹਿਸਾਬ ਹੀ ਉਹਦਾ ਹੈ ਸੀ। ਤੇ ਉਹ ਲੇਕਿਨ ਉੱਥੇ ਅਜੇ ਪੁਲਿਸ ਕੋਈ ਨਹੀਂ ਸੀ। ਬਾਕੀ ਸਾਡੇ ਕੋਈ ਪਰਚੇ ਹੋਏ ਨੇ, ਲੇਕਿਨ ਨਹੀਂ ਪੁਲਿਸ ਨੇ ਉਹ ਕੋਈ ਐਸਾ ਮਜਬੂਰੀ ਤਾਂ ਹੁੰਦੀ ਆ ਉਹਨਾਂ ਦੀ, ਹਾਂਜੀ ਮਜਬੂਰੀ ਮਤਲਬ ਉਹ ਨਹੀਂ ਕਰਦੇ। ਬਾਕੀ ਉਹ ਮਜਬੂਰੀਆਂ ਬਸ ਮੇਰੇ ਤੇ ਅਦਾਲਤ ਵਿੱਚ ਕੇਸ ਚੱਲਦਾ ਰਿਹਾ, ਤੇ ਉਹ EAC ਸਾਹਿਬ ਜਿਹੜੇ ਹੈ ਸੀ, ਦੇ ਕੋਲ ਮੇਰਾ ਕੇਸ ਸੀ। ਉਹਦੇ ਨਾਲ ਮੇਰਾ ਪਹਿਲੇ ਤਾਲੁਕ ਤਹਿਸੀਲਦਾਰ ਰਿਹਾ ਸੀ। ਬਲਕਿ ਇੰਨਾ ਸੀ ਕਿ ਮੈਨੂੰ ਇੱਕ ਦਿਨ ਮੈਂ ਤਹਿਸੀਲੇ ਗਿਆ, ਮੈਨੂੰ ਪੁੱਛਣ ਲੱਗੇ ਕਿ ਤੁਸੀਂ ਰੱਬਾ ਨਹੀਂ ਜਾਣਾ? ਮੈਂ ਆਖਿਆ ਮੈਂ ਜਾਣਾ ਰਹਿਣਾ। ਅੱਛਾ ਉਹਨੇ ਆਖਿਆ ਜੀ ਕਾਇਦਾ ਯਸਰੁਲ ਕੁਰਾਨ ਹੈ ਨਾ, ਉਹ ਕਾਇਦੇ ਮੈਨੂੰ ਲਿਆ ਕੇ ਦੇਣੇ ਆ। ਅੱਛਾ ਮੇਰੇ ਬੱਚੇ ਜਿਹੜੇ ਨਾ ਉਸ ਕਾਇਦੇ ਤੋਂ ਕੁਰਾਨੇ ਪਾਕ ਪੜ੍ਹਨ ਤੋਂ ਪਹਿਲੇ ਉਹ ਪੜ੍ਹਦੇ ਨੇ, ਮੇਰੇ ਬੱਚਿਆਂ ਨੂੰ ਤੇ ਪੜ੍ਹਿਆ। ਹਾਂਜੀ ਅੱਛਾ ਮੈਂ ਲਿਆ ਕੇ ਦਿੱਤੇ ਉਹਨੂੰ। ਉਹ ਜਦੋਂ ਉੱਥੇ ਆ ਗਿਆ, ਉਨਕੇ ਬਾਅਦ ਚੋਂ ਤਰੱਕੀ ਹੋ ਕੇ ਮੈਜਿਸਟ੍ਰੇਟ ਤੇ ਉਹਦੇ ਕੋਲ ਕੇਸ ਗਿਆ, ਤੇ ਉਹ ਮੈਨੂੰ ਕਹਿਣ ਲੱਗਾ ਜੀ ਮਜਬੂਰੀ ਬੜੀ ਆ, ਤੁਸੀਂ ਇੱਥੇ ਅਦਾਲਤ ਵਿੱਚ ਹੁੰਦੇ ਜੇ ਬਸ ਆ ਪੇਸ਼ ਹੋ ਜਾਇਆ ਕਰੋ, ਗਵਾਹ ਆਉਂਦੇ ਰਹਿਣਗੇ ਜਾਂਦੇ ਰਹਿਣਗੇ, ਤੇ ਲੇਕਿਨ ਮੈਨੂੰ ਮਜਬੂਰੀ ਬਹੁਤ ਆ, ਸਾਨੂੰ ਉੱਪਰੋਂ ਨਾ ਪੁੱਛਦੇ ਨੇ। ਮੈਂ ਕਿਹਾ ਠੀਕ ਆ। ਉਹ ਫਿਰ ਉਹ ਚਲਾ ਗਿਆ ਕਿ ਖੋਰ EAC ਆ ਗਿਆ। ਅੱਛਾ ਉਹ ਬੂਰੇ ਵਾਲੇ ਦਾ ਰਹਿਣ ਵਾਲਾ ਸੀ। ਠੀਕ ਉਹ ਉੱਥੇ ਬੂਰੇ ਵਾਲੇ ਉਹਨਾਂ ਦਾ ਵੀ ਕਿਸੇ ਅਹਿਮਦੀ ਨਾਲ ਤਲਕ ਹੈ ਸੀ। ਅੱਛਾ ਉਹਨੇ ਮੈਨੂੰ ਅਜੇ ਆਇਆ ਹੀ ਸੀ ਤੇ 15-20 ਦਿਨ ਹੀ ਹੋਏ ਸੀ ਪੇਸ਼ੀ ਤੇ। ਮੈਨੂੰ ਇੱਕ ਦਿਨ ਉਹਨੇ ਬੁਲਾ ਕੇ ਆਖਿਆ, ਕਹਿੰਦੇ ਰਿਆਜ਼ ਸਾਹਿਬ ਫਿਕਰ ਨਾ ਕਰਨਾ, ਮੈਂ ਤੈਨੂੰ ਬਰੀ ਨਹੀਂ ਕਰ ਸਕਦਾ,
ਲੇਕਿਨ ਮੇਰਾ ਇਹ ਵਾਅਦਾ ਕਿ ਜਿੱਦਣ ਮੈਂ ਜਾਣਾ ਹੈ ਨਾ, ਮੈਂ ਜਾਣ ਤੋਂ ਪਹਿਲੋਂ ਇਹਨੂੰ ਪਤਾ ਲੱਗਾ ਮੇਰਾ ਤਬਾਦਲਾ ਹੈ ਤੇ ਮੈਂ ਤੈਨੂੰ ਬਰੀ ਕਰ ਦਾਂਗਾ। ਅੱਛਾ। ਮੈਂ ਕਿਹਾ ਸ਼ੁਕਰੀਆ। ਉਹ ਫਿਰ ਕੋਈ ਸਾਲ ਕਰਿਆ ਜਦੋਂ ਦਾ ਤਬਾਦਲਾ ਜਦੋਂ ਹੋਇਆ ਨਾ, ਵੀ ਹੁਣ ਤਬਾਦਲਾ ਹੋ ਰਿਹਾ ਜਾਂ ਆਰਡਰ ਆ ਗਏ ਨੇ, ਤੇ ਉਹਨੇ ਪੇਸ਼ੀ ਰੱਖ ਕੇ ਉਹਨੇ ਮੈਨੂੰ ਬਰੀ ਕਰਤਾ। ਹਾਂ ਹਾਂ, ਅੱਛਾ ਇੱਕ ਚੀਜ਼ ਦੱਸਣਾ ਇੱਥੇ ਕਿ ਜੇਲ੍ਹ 'ਚ ਨਮਾਜ਼ ਪੜ੍ਹਦੇ ਸੀ ਤੁਸੀਂ? ਹਾਂਜੀ, ਉਹ ਨਹੀਂ ਬਿਲਕੁਲ ਸੀ, ਪੜ੍ਹਦੇ ਸੀ ਜੀ। ਉਹ ਕਹਿੰਦੇ ਨਹੀਂ ਸੀ ਕਿ ਕੋਈ ਪ੍ਰੋਬਲਮ ਤਾਂ ਸੀ ਨਹੀਂ ਕਰਦੇ? ਨਹੀਂ 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 ਨਹੀਂ, ਮੇਰੇ ਜਿਹੜੇ ਮੇਰੇ ਕਮਰੇ ਸੀ ਨਾ, ਬਿਲਕੁਲ ਉਹ ਬਹੁਤ ਮੇਰੇ ਨਾਲ ਨਾ ਬਹੁਤ ਅੱਛਾ ਰਹੇ, ਬਲਕਿ ਹਰ ਚੀਜ਼ ਵਿੱਚ ਜਿਹੜਾ ਨਾ। ਹਾਂਜੀ। ਅੱਛਾ ਤੁਸੀਂ ਦੱਸਿਆ ਸੀ ਕਿ ਤੁਹਾਡਾ ਸਮਾਨ ਲੁੱਟ ਲਿਆ ਉਹਨਾਂ ਨੇ, ਤੇ ਉਹਦੇ ਬਾਅਦ ਕੋਈ ਰਿਜ਼ਕ 'ਚ ਕਮੀ ਪੇਸ਼ ਆਈ? ਕਮੀ ਨਹੀਂ ਜੀ ਕੋਈ, ਅੱਲਾ ਦਾ ਬੜਾ ਫਜ਼ਲ ਹੈ ਜੀ। ਅੱਛਾ। ਕਮੀ ਕੋਈ ਆਈ ਨਹੀਂ ਅੱਗੇ ਨਾਲੋਂ। ਜਿਹੜੇ ਉਹ ਲੁੱਟਣ ਵਾਲੇ ਸੀ ਤੇ ਉਵੇਂ ਦੇ ਹੀ ਆ ਨਾ, ਤੇ ਅੱਬਾ ਅੱਲਾ ਦਾ ਫਜ਼ਲ ਰਿਹਾ। ਮੇਰਾ ਉੱਥੇ ਬੜਾ ਅੱਛਾ ਕਾਰੋਬਾਰ ਸੀ, ਬੜਾ ਅੱਛਾ। ਮੈਂ ਉਦੋਂ ਬਾਅਦ ਘਰ ਬਣਾਇਆ, ਬਹੁਤ ਅੱਛਾ ਘਰ ਬਣਾਇਆ। ਤੇ ਬਾਕੀ ਵੀ ਬੜਾ ਖਰਚਾ ਖੁਰਚਾ ਬੜਾ ਕੀਤਾ ਮੈਂ ਬਾਹਰ ਵਿੱਚ। ਮੇਰਾ ਵੀ ਬੜਾ ਦੋਸਤਾਂ ਨਾਲ ਜਿਹੜੇ ਹੈ ਸੀ, ਬੜਾ ਨਹੀਂ ਤੇ ਹੁਣ ਕਰਦਾ ਤੁਸੀਂ ਸਾਂ। ਆਸਟ੍ਰੇਲੀਆ ਆ ਉਹਦੇ ਗਏ। ਲਾਗੇ ਸਾਡਾ ਅੱਛਾ ਆਪਣਾ ਜ਼ਮੀਨ ਉੱਥੇ ਨਾਲ ਹੈ, ਚੱਕ ਹੈ ਸੀ, ਉੱਥੋਂ ਵੀ ਕੋਈ। ਹਾਂਜੀ ਅੱਛਾ, ਅੱਲਾ ਦਾ ਫਜ਼ਲ ਫਿਰ ਤੁਹਾਡੇ ਤੇ ਵੀ ਹੋਇਆ, ਤੁਸੀਂ ਹੁਣ ਆਸਟ੍ਰੇਲੀਆ 'ਚ ਬੈਠੇ ਦੇ ਜੇ। ਹਾਂਜੀ, ਆਸਟ੍ਰੇਲੀਆ ਵਿੱਚ ਮੇਰੇ ਦੋ ਬੇਟੇ ਨੇ, ਦੋ ਬੇਟੀਆਂ ਨੇ। ਬੱਚੇ ਤੇ ਦੋਵੇਂ ਬੇਟੇ ਬੱਚੇ ਵੀ ਕੀ ਇੱਥੇ, ਕਰਦੇ ਇੱਥੇ? ਦੋਵੇਂ ਬੇਟੇ ਇੱਥੇ ਹਾਂਜੀ ਬੱਚੇ ਉੱਥੇ ਜੌਬ ਸ਼ੌਬ ਕਰਦੇ ਨੇ? ਹਾਂਜੀ, ਦੋਵੇਂ ਬੇਟੇ ਇੱਥੇ ਆਸਟ੍ਰੇਲੀਆ ਵਿੱਚ ਨੇ, ਤੇ ਇੱਕ ਬੇਟੀ ਵੀ ਆਸਟ੍ਰੇਲੀਆ 'ਚ ਆ, ਤੇ ਇੱਕ ਮੇਰੀ ਬੇਟੀ ਕੈਨੇਡਾ 'ਚ ਆ। ਮਾਸ਼ਾਅੱਲਾ। ਹੁਣ ਪਾਕਿਸਤਾਨ ਕੋਈ ਵੀ ਨਹੀਂ? ਕੈਨੇਡਾ 'ਚ। ਪਾਕਿਸਤਾਨ ਦੇ ਮੇਰੇ ਭਾਈ ਹੈ, ਇਸ ਵਾਸਤੇ ਮੈਂ ਨਾ ਚਲੇ ਜਾਣਾ ਵਾ। ਕੋਈ 3-4 ਮਹੀਨੇ ਭਾਈ ਹੈ, ਭਤੀਜੇ ਹੈ ਨੇ, ਹੋਰ ਕੋਈ ਨਹੀਂ। ਜ਼ਬਰਦਸਤ। ਤੇ ਇਹ ਦੱਸੋ ਕਿ ਬੱਚੇ ਕਰਦੇ ਕੀ ਨੇ? ਮੈਂ ਪੁੱਛਿਆ ਸੀ ਤੁਹਾਨੂੰ। ਬੱਚਾ ਮੇਰਾ ਇੱਕ ਜੌਬ ਕਰਦਾ ਹੈ ਟਰਾਂਸਪਰਥ ਵਿੱਚ, ਅੱਛਾ। ਤੇ ਵੱਡਾ ਬੱਚਾ, ਤੇ ਛੋਟਾ ਬੱਚਾ ਜਿਹੜਾ ਉਹਦਾ ਆਪਣਾ ਕਾਰੋਬਾਰ, ਉਹਦਾ ਬੜਾ ਅੱਛਾ ਕਾਰੋਬਾਰ ਆ। ਮਾਸ਼ਾਅੱਲਾ। ਕੋਈ ਠੇਕੇਦਾਰੀ ਵਗੈਰਾ ਹੈ, ਇਹਨਾਂ ਦਾ ਕੰਮ ਹੈ ਮਾਸ਼ਾਅੱਲਾ। ਉਹਦਾ। ਅੱਲਾ ਨੇ ਬੇਸ਼ੁਮਾਰ ਬਹੁਤ ਰਿਜ਼ਕ ਅੱਛਾ ਦਿੱਤਾ ਕੰਮ। ਫਿਰ, ਮਤਲਬ ਇਹ ਵਾ। ਹਾਂਜੀ ਮੈਂ ਕਿਹਾ ਅੱਲਾਹ ਤਾਲਾ ਦੇ ਹਾਂਜੀ, ਬੇਸ਼ੁਮਾਰ ਫਜ਼ਲ ਨੇ ਤੁਹਾਡੇ ਤੇ। ਬਹੁਤ ਅੱਲਾਹ ਤਾਲਾ ਦਾ ਫਜ਼ਲ ਆ। ਬੇਟੀ ਜਿਹੜੀ ਆ, ਉਹਨਾਂ ਦਾ ਆਪਣਾ ਇੱਥੇ ਸ਼ੋਰੂਮ ਆ ਫਰਨੀਚਰ ਦਾ। ਹੁਣ ਉਹਨੇ, ਮੇਰੇ ਦਮਾਦ ਨੇ ਜਿਹੜਾ ਹੈ ਬਣਾਇਆ ਹੋਇਆ ਹੈ। ਹੁਣ ਮਾਸ਼ਾਅੱਲਾ। ਸਕੂਲ, ਇੱਕ ਕਾਲਜ ਹੈ ਖੋਲਿਆ ਇੱਕ, ਤੇ ਠੀਕ। ਕਾਫੀ ਮਾਲਦਾਰ ਨੇ ਦੋਵੇਂ। ਆਪਣੇ ਜ਼ਾਤੀ ਮਕਾਨ ਨੇ ਦੋਵਾਂ ਦੇ, ਬਲਕਿ ਮਾਸ਼ਾਅੱਲਾ। ਛੋਟੇ ਬੇਟੇ ਦੇ 2 ਮਕਾਨ ਨੇ। ਇਹ ਇਸ ਤੋਂ ਪੁੱਛਿਆ ਤੇ ਤੁਹਾਨੂੰ ਮੈਂ ਕਿ ਉਹ ਜਿਨ੍ਹਾਂ ਲੋਕਾਂ ਨੇ ਤੁਹਾਡਾ ਸਮਾਨ ਲੁੱਟ ਲਿਆ ਸੀ, ਉਹਨਾਂ ਦਾ ਤੇ ਕੁਝ ਨਹੀਂ ਬਣਿਆ, ਲੇਕਿਨ ਤੁਹਾਡੇ ਤੇ ਤੁਹਾਡੀ ਔਲਾਦ ਤੇ ਅੱਲਾਹ ਤਾਲਾ ਦੇ ਬੇਸ਼ੁਮਾਰ ਫਜ਼ਲ ਹੋ ਗਏ ਨਾ। ਬਹੁਤ ਬਹੁਤ ਫਜ਼ਲ ਹੈ ਜੀ, ਬਹੁਤ ਫਜ਼ਲ ਹੈ। ਅੱਛਾ, ਮਤਲਬ ਇਹਦੇ 'ਚ ਤੁਸੀਂ ਤਰੀਕੇ ਨਾਲ ਫਜ਼ਲ ਹੈ। ਕਦੀ ਸੋਚਿਆ ਸੀ ਕਿ ਆਸਟ੍ਰੇਲੀਆ ਚੱਲ ਜਾਣਗੇ ਬੱਚੇ, ਔਰ ਸਾਰੇ ਹੀ ਅਸੀਂ ਦੂਜੇ ਮੁਲਕਾਂ 'ਚ ਰਵਾਂਗੇ ਜਦੋਂ ਨਾ, ਪਾਕਿਸਤਾਨ? ਕਦੀ ਸੋਚਿਆ ਹੀ ਨਹੀਂ ਸੀ ਜੀ ਕਿ ਆਸਟ੍ਰੇਲੀਆ ਨਾ, ਮਤਲਬ ਵੀ ਚਲੇ ਜਾਵਾਂਗੇ। ਹਾਂਜੀ, ਜੀ ਜੀ ਤੇ ਅਸੀਂ ਇਹ ਮੇਰਾ ਬੇਟਾ ਪਹਿਲੇ ਆ ਗਿਆ ਸੀ, ਜੀ ਜੀ ਤੇ ਉਦੋਂ ਬਾਅਦ ਫਿਰ ਵਾਈਫਾਈ, ਫਿਰ ਅਸੀਂ, ਮੈਂ ਤੇ ਮੇਰਾ ਦੂਸਰਾ ਬੇਟਾ ਆ ਗਏ। ਜੀ। ਬੇਟੀ ਜਿਹੜੀ ਆ, ਉਹ ਵੀ ਪਹਿਲੇ ਉਹਦਾ ਕੰਮ ਹੈ ਜਿਹੜਾ, ਉਹ ਇੱਥੇ ਆ ਗਏ ਸੀ। ਚਲੋ ਅੱਲਾਹ ਤਾਲਾ ਉਹ ਸਭ ਲਾਹੌਰ ਦੇ ਰਹਿਣ ਵਾਲੇ ਸੀ। ਨੂੰ ਆਪਣੀ ਹਿਫਾਜ਼ਤ 'ਚ ਰੱਖੇ। ਤੇ ਕੋਈ ਮੈਸੇਜ ਦੇਣਾ ਚਾਹੋ ਸਾਡੇ ਨਾਜ਼ਰੀਨ ਨੂੰ? ਮੈਂ ਕਿਹਾ ਤੁਹਾਡੇ ਨਾਲ ਕਾਫੀ ਅੱਛੀ ਗੱਲਬਾਤ ਬਸ ਹੋ ਗਈ। ਬਸ ਇੰਡੀਆ ਵਾਸਤੇ ਇਹੀ ਆ ਮੈਸੇਜ, ਕਿ ਘਬਰਾਉਣ ਵਾਲੀ ਕੋਈ ਗੱਲ ਨਹੀਂ ਹੈ। ਅਕਸਰ ਜਿਹੜੀ ਹੈ ਰਾਤ ਹੋਵੇ ਤੇ ਫਿਰ ਦਿਨ ਵੀ ਆਉਂਦਾ ਹੈ, ਜੀ ਜੀ ਤੇ ਦਿਨ ਆਉਣ ਵਾਲੇ ਨੇ। ਜੋ ਕੁਛ ਹੈਗੇ ਨੇ, ਤੇ ਉਹਦੇ ਸਮਝ ਜਾਣ ਜਿਹੜੇ ਹੈ ਨੇ ਅੱਛਾ, ਮੁਖਾਲਫੀਨ। ਸਾਡਾ ਚੈਨਲ ਕਿਦੋਂ ਦਾ ਦੇਖਦੇ ਪਏ ਜੇ? ਮੈਂ ਮਹੀਨਾ ਕੁ ਹੋਇਆ ਜੀ। ਅੱਛਾ, ਕਿਸ ਤਰ੍ਹਾਂ ਪਤਾ ਚੱਲਿਆ? ਬਸ ਐਵੇਂ ਹੀ ਇਹ ਦੇਖਦਾ ਹੁੰਦਾ ਮੈਂ। ਵੈਸੇ ਮੈਨੂੰ ਕੁਛ ਸ਼ੁਰੂ ਤੋਂ ਇਹਨਾਂ ਕਿਤਾਬਾਂ ਪੜ੍ਹਨ ਦਾ ਕੋਈ ਇਸ ਕਿਸਮ ਦਾ, ਬਾਕੀ ਅਖਬਾਰ ਅਖਬੂਰ ਇਸ ਤਰ੍ਹਾਂ, ਇਹ ਕਾਫੀ ਸ਼ੌਕ ਹੈ। ਇੱਥੇ ਵੀ ਮਜ਼ਹਬੀ ਕਿਤਾਬਾਂ ਵੀ, ਦੂਸਰਿਆਂ ਵੀ। ਜੀ ਜੀ ਤੋਂ ਮੈਂ ਦੇਖਦਾ, ਤੇ ਇੱਕ ਦਿਨ ਉਹ ਮੈਂ ਦੇਖਿਆ, ਬਾਕੀ ਉਹ ਦੂਸਰੇ ਕਈ ਪ੍ਰੋਗ ਜਿਹੜੇ ਹੁੰਦੇ ਸੀ, MTA ਵਗੈਰਾ, ਦੂਸਰਾ ਕੁਛ, ਉਹ ਮੈਂ ਦੇਖਿਆ। ਮੈਂ ਫਿਰ ਲਾਇਆ, ਫਿਰ ਮੈਂ ਹਰ ਰੋਜ਼ ਦੇਖਦਾ, ਹਰ ਰੋਜ਼। ਕੈਸੇ ਪ੍ਰੋਗਰਾਮ ਨੇ ਸਾਡੇ? ਬਹੁਤ ਅੱਛੇ ਪ੍ਰੋਗਰਾਮ, ਬਹੁਤ ਅੱਛੇ, ਬੜੇ ਅੱਛੇ ਨੇ। ਹੁਣ ਵੀ ਇੱਕ ਬਸ਼ਾਰਤ ਅਹਿਮਦ ਸਾਹਿਬ ਨਾਲ ਤੁਹਾਡਾ ਇੰਟਰਵਿਊ ਸੀ 2 ਦਿਨ ਕੱਲ। ਜੀ ਜੀ। ਤੇ ਬਾਕੀ ਦੇਖਦੇ ਆ। ਚਲੋ ਮੈਂ ਇਨਸ਼ਾਅੱਲਾ। ਫਾਰਗ ਹੀ ਹੁੰਦਾ ਘਰ, ਸਾਰਾ ਦਿਨ ਇਹੀ। ਤੁਹਾਡਾ ਪਿਆਰ ਹੈ, ਬੜਾ ਮੁਹੱਬਤ ਹੈ, ਬਹੁਤ ਸ਼ੁਕਰੀਆ। ਬਹੁਤ ਬਹੁਤ ਤੁਹਾਡਾ ਸ਼ੁਕਰੀਆ ਬੜਾ ਅੱਛਾ ਲੱਗਾ ਗੱਪਸ਼ਪ ਲਾ ਸ਼ੁਕਰੀਆ ਕੇ। ਜਨਾਬ, ਆਪ ਦਾ ਬਹੁਤ ਬਹੁਤ ਤੇ ਸ਼ੁਕਰੀਆ, ਇਨਸ਼ਾਅੱਲਾ ਬਹੁਤ ਬਹੁਤ ਤੁਹਾਡਾ ਸ਼ੁਕਰੀਆ। ਰਹੇਗਾ। ਨਾਜ਼ਰੀਨ, ਇਹਨਾਂ ਦਾ ਹੁਣੀ ਮੈਨੂੰ ਫੋਨ ਆਇਆ ਸੀ, ਮੈਂ ਸਟੂਡੀਓ 'ਚ ਹੀ ਸੀ। ਮੈਂ ਕਿਹਾ ਹੁਣ ਇਹਨਾਂ ਨਾਲ ਗੱਪਸ਼ਪ ਲਾ ਲੈਂਦੇ। ਔਰ ਉਹਨਾਂ ਨੇ ਦੱਸਿਆ ਕਿ ਮੈਂ ਜੇਲ੍ਹ 'ਚ ਵੀ ਰਿਹਾ ਵਾਂ, ਲੇਕਿਨ ਘਬਰਾਏ ਨਹੀਂ। ਔਰ ਅੱਜ ਉਹਨਾਂ 'ਤੇ ਅੱਲਾਹ ਤਾਲਾ ਦੇ ਬੇਸ਼ੁਮਾਰ ਫਜ਼ਲ ਨੇ, ਉਹਨਾਂ ਦੇ ਜ਼ਬਾਨੀ ਤੁਸੀਂ ਸੁਣ ਲਏ ਨੇ। ਤੁਸੀਂ ਵੀ ਸਾਡੇ ਨਾਲ ਕੋਈ ਪ੍ਰੋਗਰਾਮ ਕਰਨਾ ਚਾਹੋ
ਤੇ ਰਾਬਤਾ ਕਰੋ, ਸਬਸਕ੍ਰਾਈਬ ਕਰਨਾ ਨਾ ਭੁੱਲਣਾ। ਜੁੜੇ ਰਹੋ ਨਾਇਮ ਰੋਜ਼ਾ ਟੀਵੀ ਦੇ ਨਾਲ। ਮਿਲਾਂਗੇ ਅਗਲੇ ਪ੍ਰੋਗਰਾਮ 'ਚ। ਅੱਲਾ ਹਾਫਿਜ਼। ਓਕੇ ਜੀ, ਅੱਲਾ ਹਾਫਿਜ਼। अच्छा जी, अल्लाह ਅੱਲਾ हाफ़िज़। ਹਾਫਿਜ਼।